ਧੋਖਾ ਦੇ ਰਹੇ ਜੀ। ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਇਆ। ਧੋਖਾ ਕੀ ਦਿੱਤਾ ਜਾ ਰਿਹਾ ਕਾਂਗਰਸ ਵੱਲੋਂ? ਇੱਕ ਪਾਸੇ ਕਹਿੰਦੇ ਆ ਕਿ ਕਿਸਾਨਾਂ ਦੇ ਨਾਲ ਆ, ਦੂਜੇ ਪਾਸੇ ਇਨਬਿਲ ਬਿੱਲ ਲਾਗੂ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ। ਸਰਦਾਰ ਬਰਾੜ ਨੇ ਇੱਕ ਕਿਸਾਨ ਐਂਥਮ ਗਾਣਾ ਗੀਤ ਗਾਇਆ, ਕੀ ਮਾੜਾ ਕਰਤਾ, ਕਿਹੜਾ ਦੇਸ਼ ਵਿਰੋਧ ਦਾ ਮਾਮਲਾ ਬਣਦਾ ਸੀ ਜਿਹੜਾ ਉੱਤੇ ਦਰਜ ਕਰਤਾ। ਫਿਰ ਝੂਠ ਹੈ ਨਾ, ਜਿਹੜਾ ਗੋਹਾ ਬੀਜੇਪੀ ਕਹਿੰਦੀ ਹੈ ਹੀਰੇ ਨਿਕਲਦੇ, ਚਾਹੇ ਹੀਰੇ ਤੋਂ ਵੀ ਬਹੁਮੁੱਲ ਹੈ, ਤੇ ਫਿਰ ਉਹ ਬਾਹਰ ਸਿੱਟੇ ਵੀ ਹੀਰੇ ਕੱਢ ਲੈਂਦੇ। ਫਿਰ ਉੱਤੇ ਪਰਚਾ ਦਰਜ ਕਾਂਗਰਸ ਸਰਕਾਰ ਨੇ ਕਿਉਂ ਕੀਤਾ? ਮਿਲੀ ਜੁਲੀ ਸਰਕਾਰ ਰਲ ਰਹੀ ਆ, ਲੇਕਿਨ ਉਹ ਰੱਦ ਬਾਅਦ ਚੋਂ ਰੱਦ ਕਰਨ ਨੂੰ ਪਹਿਲਾਂ ਕਰਨ ਕੀਤਾ ਕਿਉਂ ਜਾਂਦਾ? ਪ੍ਰੈਸ਼ਰ ਹੈ ਨਾ, ਬੀਜੇਪੀ ਦਾ ਪ੍ਰੈਸ਼ਰ ਹੈ, ਬੀਜੇਪੀ ਦੇ ਪ੍ਰੈਸ਼ਰ ਹੇਠ ਕੰਮ ਕਰ ਰਹੀ ਹੈ ਤੇ ਚੱਲਣਾ ਨਹੀਂ। ਹੁਣ ਬਿਲਕੁਲ ਨਜਾਇਜ਼ ਆ, ਧੱਕਾ ਨਹੀਂ ਸਿਆ ਜਾਣਾ। ਧਾਰਮਿਕ ਆਗੂਆਂ ਦੇ ਨਾਲ ਬੈਠਕ ਹੋਈ ਹੈ, ਕਿਵੇਂ ਸਮਝਦੇ ਹੋ ਨਾਨਕ ਸਰ? ਦੇਖੋ ਅਸੀਂ ਤਾਂ ਕਹਿੰਦੇ ਆ ਮੀਟਿੰਗਾਂ ਤਾਂ ਕਿਸਾਨ ਵੀ ਕਰਦੇ ਆ, ਧਾਰਮਿਕ ਆਗੂ ਵੀ ਕਰਦੇ, ਸਾਰੇ ਕਰਨ। ਅਸੀਂ ਕਹਿੰਦੇ ਹੱਲ ਕਰਨ, ਬਿੱਲ ਰੱਦ ਕਰ ਦੇਣ ਬਸ, ਸਾਨੂੰ ਹੋਰ ਕੁਝ ਨਹੀਂ ਚਾਹੀਦਾ। ਜਿਹੜਾ ਮਰਜ਼ੀ ਕਰਾਵੇ, ਜਿਹੜਾ ਕਰਾ ਕੇ ਆਊਗਾ ਬਿੱਲ ਰੱਦ, ਅਸੀਂ ਚਰਨਾਂ ਦੇ ਨਮਸਕਾਰ ਕਰ ਦਾਂਗੇ ਉਹਨਾਂ ਨੂੰ। ਹੋ ਸਕਦੀ ਆ ਤੇ ਰੱਦ ਕਰਨ 'ਚ ਉਹਨਾਂ ਨੂੰ ਕੀ ਡਰ ਲੱਗ ਰਿਹਾ? ਕਿਹੜੇ ਇਹੋ ਜਿਹੇ ਲੋਕ ਪਿੱਛੇ ਕੰਮ ਕਰ ਰਹੇ ਜਿਹੜੇ ਰੱਦ ਨਹੀਂ ਹੋਣ ਦਿੱਤੇ ਜਾ ਰਹੇ? ਬੀਜੇਪੀ ਲਗਾਤਾਰ ਪ੍ਰਦਰਸ਼ਨ ਕਰ ਰਹੀ ਸੀ, 3 ਦਿਨ ਪ੍ਰਦਰਸ਼ਨ ਭੱਜ ਗਈ ਗੁਰਦੀਪ ਜੀ, ਭੱਜ ਗਈ। ਮੈਂ ਰਜਿੰਦਰ ਭਾਜੀ ਤੁਹਾਨੂੰ ਵੀ ਕਹਿੰਦਾ ਭੱਜ ਗਈ। ਕਿਉਂ ਭੱਜੀ ਹੈ? ਉਹ ਇਸ ਕਰਕੇ ਭੱਜੀ ਆ, ਝੂਠ ਭੱਜ ਜਾਂਦਾ ਹੁੰਦਾ। ਜਦੋਂ ਗਧੇ ਦੇ ਸਿਰ ਦੇ ਸਿੰਘ ਗੈਪ ਹੋ ਜਾਂਦੇ ਨਾ, ਵੀ ਗੈਪ ਹੋ ਗਏ। ਹੁਣ ਆਹ ਨਾ ਕਰਨ ਪ੍ਰੋਟੈਸਟ। ਹੁਣ ਅੱਜ ਕਿਉਂ ਭੱਜ ਗਏ? ਸਾਡਾ ਅਕਾਲੀ ਦਲ ਨੂੰ ਦੇ ਕੇ ਭੱਜ ਗਏ ਅੱਜ। ਅਕਾਲੀ ਦਲ ਬੀਜੇਪੀ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਦੇ ਖਿਲਾਫ ਵੀ ਅਸੀਂ ਕੋਰਟ 'ਚ ਜਾਵਾਂਗੇ। ਤੇ ਕੋਰਟ ਵੀ ਤੁਹਾਡੇ, ਸਰਕਾਰਾਂ ਵੀ ਤੁਹਾਡੀਆਂ, ਤੁਸੀਂ ਜਾਣਾ ਕਿੱਥੇ ਆ? ਝੂਠੇ ਪਰਚੇ ਦਰਜ ਕਰਾ ਕੇ ਤੁਸੀਂ ਡਰਾਮੇਬਾਜ਼ੀ ਕਰੇ, ਚੱਲਣੀ ਨਹੀਂ। ਹੁਣ ਅਕਾਲੀ ਦਲ ਬੀਜੇਪੀ ਦੇ ਇਲਜ਼ਾਮ ਲਾਉਂਦੇ, ਬੀਜੇਪੀ ਅਕਾਲੀ ਦਲ ਦੇ ਇਲਜ਼ਾਮ ਨਾ ਲਗਾਉਣ, ਫਿਰ ਸਾਬਿਤ ਕਰ ਦੇਣ। ਅੱਜ ਤਾਂ ਸਾਬਿਤ ਕਰਤਾ, ਅਸਤੀਫਾ ਵੀ ਦੇਤਾ, ਸਰਕਾਰ ਵੀ ਛੱਡਤੀ, ਸਾਰਾ ਕੁਝ ਅਵਾਰਡ ਵੀ ਵਾਪਸ ਦਿੱਤੇ। ਇਹ ਤਾਂ ਅਸਤੀਫੇ ਖਾਲੀ ਜੇਬਾਂ 'ਚ ਗੜਕਾਈ ਜਾਂਦੇ, ਕੁਝ ਕਰਦੇ ਨਹੀਂ ਪਏ। ਪ੍ਰਸ਼ਨ ਜਿਹੜਾ 2020 ਦਾ ਜੋ ਕਿਸਾਨੀ ਘੋਲ ਚੱਲ ਰਿਹਾ, ਇਹ ਇਤਿਹਾਸਿਕ ਘੋਲ ਆ। ਇਹ ਸਾਡੀ ਹੋਂਦ ਦੀ ਲੜਾਈ ਆ, ਸਾਡੀ ਜ਼ਮੀਰ ਦੀ ਲੜਾਈ ਆ। ਇਹ ਲੜਾਈ ਅਸੀਂ ਜਿੱਤ ਕੇ ਜਦੋਂ ਵਾਪਸ ਆਵਾਂਗੇ ਤਾਂ ਮਾਹੌਲ ਕੁਝ ਹੋਰ ਹੋਏਗਾ। ਪਰ ਇਸ ਕਿਸਾਨੀ ਘੋਲ ਨੂੰ ਲਗਾਤਾਰ ਕਮਜ਼ੋਰ ਕਰਨ ਵਾਸਤੇ ਕਾਂਗਰਸ ਬੜੀਆਂ ਗਲਤ ਨੀਤੀਆਂ ਅਪਣਾ ਰਹੀ ਆ। ਭਾਵੇਂ ਉਹ ਤੀਕਸ਼ਣ ਸੂਦ ਵਾਲੇ ਮਸਲੇ 307 ਦਾ ਪਰਚਾ ਦਰਜ ਕਰਨਾ ਹੋਵੇ, ਭਾਵੇਂ ਧਨੌਲੇ ਵਾਲੇ ਨੌਜਵਾਨਾਂ ਤੇ ਦੇਸ਼ ਵਿਰੋਧ ਦਾ ਪਰਚਾ ਦਰਜ ਕਰਨਾ ਹੋਵੇ। ਸੋ ਇਹ ਦੋਗਲਾ ਚਿਹਰਾ ਜੋ ਕਾਂਗਰਸ ਸਰਕਾਰ ਅਪਣਾ ਰਹੀ ਹੈ ਕਿਸਾਨੀ ਘੋਲ ਨੂੰ ਕਮਜ਼ੋਰ ਕਰਨ ਵਾਸਤੇ, ਅੱਜ ਉਹ ਚਿਹਰਾ ਨੰਗਾ ਕਰਨ ਵਾਸਤੇ ਆਏ ਆ। ਤੇ ਉਹਨਾਂ ਨੂੰ ਅਸੀਂ ਬੇਨਤੀ ਵੀ ਕਰਦੇ ਹਾਂ, ਹੱਥ ਜੋੜ ਕੇ, ਤੇ ਬਗਾੜਦੇ ਵੀ ਆ ਵੀ ਤੁਹਾਡੇ ਦਿਮਾਗ ਦੇ ਵਿੱਚ 2022 ਚੱਲ ਰਿਹਾ ਹੋਊਗਾ ਜਾਂ 24 ਚੱਲ ਰਿਹਾ ਹੋਊਗਾ, ਪਰ ਉਹ ਲੜਾਈ ਬੜੀ ਛੋਟੀ। ਅਸੀਂ ਦਿਲੋਂ ਇਹ ਗੱਲ ਕਹਿ ਰਹੇ ਹਾਂ ਵੀ ਜੋ ਇਹ ਸੰਘਰਸ਼ ਆ, ਇਹ ਸੰਘਰਸ਼ ਜਿੱਤਣ ਤੋਂ ਬਾਅਦ ਪੰਜਾਬੀਆਂ ਦੀ, ਅੱਜ ਭਾਵੇਂ ਇਹ ਲੜਾਈ ਸਾਰੇ ਭਾਰਤ ਦੀ ਆ, ਪਰ ਅਗਵਾਈ ਪੰਜਾਬੀ ਕਰ ਰਹੇ ਆ, ਪੰਜਾਬ ਕਰ ਰਿਹਾ। ਸੋ ਪੰਜਾਬ ਦੇ ਉੱਤੇ ਇਸ ਅੰਦੋਲਨ ਨੇ ਜਿਹੜੇ ਲੱਗੇ ਹੋਏ ਪੁਰਾਣੇ ਕਲੰਕ ਆ ਉਹ ਵੀ ਧੋਤੇ ਆ। ਭਾਵੇਂ ਨੌਜਵਾਨਾਂ ਨੂੰ ਨਸ਼ੇੜੀ ਕਹਿਣ ਵਾਲਾ ਕਲੰਕ ਹੋਵੇ, ਭਾਵੇਂ ਜੋ ਵੀ ਪੰਜਾਬ ਦੀ ਜਵਾਨੀ ਬਾਰੇ ਗੱਲਾਂ ਹੁੰਦੀਆਂ ਸੀ। ਸੋ ਇਹ ਲੜਾਈ ਨੇ ਸਾਡੇ ਗਲ ਤੋਂ ਤਖਤਾ ਲਾਇਆ ਵਾ। ਇਹ ਲੜਾਈ ਬੜੀ ਵੱਡੀ ਆ। ਮੈਂ ਲੀਡਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਤੁਸੀਂ 22 ਜਾਂ 24 ਦੀ ਲੜਾਈ ਨਾ ਸੋਚੋ, ਇਹ ਲੜਾਈ ਬੜੀ ਵੱਡੀ ਹੈ। ਇਸ ਲੜਾਈ 'ਚ ਕਿਸਾਨ ਜਥੇਬੰਦੀਆਂ ਨੇ ਕਿਸਾਨਾਂ ਦਾ ਸਾਥ ਦਿਓ ਤਾਂ ਕਿ ਅਸੀਂ ਜਿੱਤ ਕੇ ਆਈਏ। ਧਾਰਮਿਕ ਆਗੂਆਂ ਨਾਲ ਬੈਠਕ ਹੋ ਰਹੀ ਹੈ। ਧਾਰਮਿਕ ਆਗੂਆਂ ਨਾਲ ਜਿਹੜੀ ਬੈਠਕ ਹੋਈ, ਉਹ ਧਾਰਮਿਕ ਆਗੂਆਂ ਤੇ ਉਹਨਾਂ ਦਾ ਸੰਬੰਧ ਆ ਜੀ। ਅਸੀਂ ਤਾਂ ਪਹਿਲੇ ਤੋਂ ਸਾਡਾ ਕਲੀਅਰ ਕੱਟ ਸਟੈਂਡ ਆ ਵੀ ਜਿਹੜੀ ਇਸ ਕਿਸਾਨੀ ਘੋਲ ਦੀ ਅਗਵਾਈ ਕਿਸਾਨ ਜਥੇਬੰਦੀਆਂ ਕਰ ਰਹੇ ਆ, ਉਹਨਾਂ ਨੂੰ ਹੀ ਕਰਨਾ ਚਾਹੀਦਾ, ਕਿਉਂਕਿ ਉਹਨਾਂ ਨੂੰ ਤਜਰਬਾ, ਸਾਰੀ ਉਮਰ ਦਾ ਤਜਰਬਾ ਉਹਨਾਂ ਨੂੰ, ਵੀ ਇਹ ਕਿਵੇਂ ਅਸੀਂ ਕਿਸਾਨੀ ਘੋਲ ਲੜਨਾ ਤੇ ਕਿਵੇਂ ਅਸੀਂ ਮੰਗਾਂ ਮੰਗਵਾਉਣੀਆਂ। ਇਸ ਕਰਕੇ ਮੈਨੂੰ ਲੱਗਦਾ ਵੀ ਕਿਸੇ ਨੂੰ ਇੰਟਰਪਟ ਨਹੀਂ ਕਰਨਾ ਚਾਹੀਦਾ। ਲਗਾਤਾਰ ਇਹ ਵੀ ਗੱਲਾਂ ਆ ਰਹੀਆਂ ਨੇ ਕਿ ਮਾਮਲੇ ਦਰਜ ਹੋ ਰਹੇ ਨੇ, ਜਿਹੜੇ ਕਿਸਾਨਾਂ ਦੇ ਮਾਮਲੇ ਦਰਜ ਹੋ ਰਹੇ ਆ ਪੰਜਾਬ ਦੇ ਵਿੱਚ, ਦੇਖੋ ਜੀ, ਦਿੱਲੀ ਆ ਬੀਜੇਪੀ ਸਰਕਾਰ ਦਾ ਕਰੇ, ਪੰਜਾਬ ਦੀ ਸਰਕਾਰ ਪੰਜਾਬੀਆਂ ਦੀ ਸਰਕਾਰ ਆ, ਉਹ ਸਾਡੇ ਤੇ ਪਰਚੇ ਦਰਜ ਕਰੀ ਹੈ। ਉਹੀ ਪਰਚਿਆਂ ਦੇ ਵਾਸਤੇ ਅਸੀਂ ਇੱਥੇ ਆਏ ਆ ਵੀ ਉਹ ਪਰਚੇ ਨਾ ਦਰਜ ਕਰੋ, ਇਸ ਕਿਸਾਨੀ ਘੋਲ ਨੂੰ ਕਮਜ਼ੋਰ ਨਾ ਕਰੋ। ਤੁਸੀਂ इस धरती से जब ये वरंगल और खमम की धरती, जिसने तेलंगाना के सम्मान के लिए, तेलंगाना के गौरव के लिए, तेलंगाना के स्टूडेंट्स को नौकरी मिले, उनको रोजगार मिले, उसके लिए संघर्ष शुरू किया था। और वो संघर्ष जिसमें 369 छात्रों ने बलिदान दिया, उसमें आज भी 2000 से ज्यादा स्टूडेंट्स लापता। एक लंबा आंदोलन तेलंगाना के सम्मान के लिए, तेलंगाना को दोबारा ये 3 लिंग के अंदर की धरती, इसकी मिट्टी का सम्मान बढ़े, इसके बेटों का सम्मान बढ़े, उसके लिए संघर्ष शुरू किया। लेकिन दुर्भाग्य है कि केसीआर उस आंदोलन की आड़ में मुख्यमंत्री तो बन गए, लेकिन इस आंदोलन से निकली हुई बातों को उन्होंने अभी तक पूरा नहीं किया। मेरी आपसे विनती, 1969 के अंदर जो स्टूडेंट्स ने आवाज उठाई थी यहां के सम्मान के लिए, यहां के लोगों के अधिकारों के लिए, क्या टीआरएस की, केसीआर की सरकार उसको पूरा कर पाई? आज देखिए, जो लोग इस धरती की बात करते थे, आज उनकी सोच केवल परिवार तक ही सीमित रह गई। आज
केसीआर को कुछ नहीं दिख रहा, दिखता है तो केवल अपना परिवार दिखता है। मेरी आज से विनती कि ये यात्रा 2019 से दिग्विजय यात्रा शुरू हुई है। इस यात्रा का एक ही उद्देश्य है, तेलंगाना का सम्मान, तेलंगाना के लोगों को दिलाना, तेलंगाना की मिट्टी को उसका अधिकार दिलाना, तेलंगाना के किसानों को उनका अधिकार दान दिलाना, तेलंगाना के नौजवानों को उनके शौर्य को, उनकी प्रतिभा को स्थान दिलाना। ਇਹ ਗੱਲ ਤਾਂ ਜੀ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਸਮਰਪਿਤ ਇਹ ਸਾਰਾ ਆਨੰਦ ਕਾਰਜ ਕੀਤਾ ਜੀ। ਔਰ ਆਪਾਂ ਜਿਹੜੇ ਸਾਡੇ ਦਿੱਲੀ ਉਹ ਸੂਰਮੇ ਯੋਧੇ ਬੈਠੇ ਨੇ ਜੋ ਆਪਣੇ ਹੱਕਾਂ ਲਈ, ਦੇਸ਼ ਦੇ ਹੱਕਾਂ ਲਈ ਜਿਹੜੇ ਬੈਠੇ ਨੇ ਉੱਥੇ ਜਾ ਕੇ ਜਿਨ੍ਹਾਂ ਪੱਕੇ ਡੇਰੇ ਲਾਏ ਨੇ ਆਪਣੇ ਘਰ-ਬਾਰ ਛੱਡ ਕੇ, ਇੱਕ ਉਹਨਾਂ ਦੇ ਹੌਸਲੇ ਲਈ, ਉਹਨਾਂ ਨੂੰ ਸਲਾਮ ਕਰਨ ਦੇ ਲਈ ਇੱਕ ਜਿਹੜਾ ਆਪਾਂ ਇਹ ਉਪਰਾਲਾ ਕੀਤਾ ਜੀ। ਔਰ ਆਪਾਂ ਝੰਡੇ ਲਾ ਕੇ ਔਰ ਨਾਅਰੇ ਲਾ ਕੇ, ਕਿਸਾਨੀ ਦੇ ਨਾਅਰੇ ਲਾਉਂਦੇ ਹੋਏ ਅੱਜ ਆਪਾਂ ਇਹ ਕਾਰਜ ਕਰਨਾ ਹੈ। ਬਿਲਕੁਲ ਜੀ ਬਿਲਕੁਲ, ਹਰ ਪ੍ਰੋਗਰਾਮ ਦੇ ਵਿੱਚ ਜਿੰਨਾ ਟਾਈਮ ਇਹ ਸਰਕਾਰ ਜਿਹੜੀ ਹੈ ਕਾਲੇ ਕਾਨੂੰਨ ਰੱਦ ਨਹੀਂ ਕਰਦੀ, ਉਹਨਾਂ ਚਿਰ ਇਹ ਸਾਰੇ ਜਿਹੜੇ ਆ ਇਸੇ ਤਰ੍ਹਾਂ ਰੰਗ ਜਿਹੜੇ ਆ ਇਵੇਂ ਦੇ ਦੇਖਣ ਨੂੰ ਮਿਲਣਗੇ ਹਰ ਪ੍ਰੋਗਰਾਮ ਦੇ ਵਿੱਚ। ਪੰਜਾਬ ਦਾ ਇੱਕ ਕਲਚਰ ਆ ਜਿਹੜਾ ਕਿਸਾਨੀ ਹੈ, ਤੇ ਜੇ ਅੱਜ ਇਹ ਬਰਾਤ ਅੱਜ ਲੈ ਕੇ ਆਏ ਆ ਅਸੀਂ, ਤੇ ਇਹ ਬੱਚੇ ਦੀ ਵੀ ਭਾਵਨਾ, ਇਹਨਾਂ ਦੋਨਾਂ ਬੱਚਿਆਂ ਦੀ, ਵੀ ਆਪਾਂ ਦਿੱਲੀ ਵਿਖੇ ਜੋ ਸਾਡਾ ਸੰਘਰਸ਼ ਚੱਲ ਰਿਹਾ ਇਹ 3 ਕਾਲੇ ਕਾਨੂੰਨਾਂ ਨੂੰ ਲੈ ਕੇ 3.5-4 ਮਹੀਨੇ ਤੋਂ ਪੰਜਾਬ ਦੇ ਵਿੱਚ ਸੀ, ਪਹਿਲਾਂ ਹੁਣ ਦਿੱਲੀ 'ਚ ਹੈ, ਤੇ ਉਹਦੇ ਵਾਸਤੇ ਅਸੀਂ ਕੀ ਯੋਗਦਾਨ ਪਾ ਸਕਦੇ ਹਾਂ ਉਹਦੇ ਵਿੱਚ। ਤੇ ਇਹਨਾਂ ਦੇ ਮਨ ਦੀ ਜਿਹੜੀ ਭਾਵਨਾ ਸੀ ਵੀ ਅਸੀਂ ਇੱਕ ਤੇ ਸਾਦੇ ਢੰਗ ਦੇ ਨਾਲ ਕਰਨਾ, ਤੇ ਇੱਕ ਇਹ ਮੈਸੇਜ ਦੇਣਾ ਅਸੀਂ ਸਾਰੇ ਆਪਣੇ ਪੰਜਾਬ ਦੇ ਵਾਸੀਆਂ ਨੂੰ ਦੇਣਾ ਚਾਹੁੰਦੇ ਹਾਂ ਵੀ ਸਾਰੇ ਅਸੀਂ ਸਾਦਗੀ ਵੀ ਅਪਣਾਈਏ ਤੇ ਕਿਸਾਨੀ ਸੰਘਰਸ਼ ਨੂੰ ਵੀ ਸਮਰਪਿਤ, ਕਿਉਂਕਿ ਇਹ ਸਾਡਾ ਕਲਚਰ ਬਣ ਚੁੱਕਾ, ਸਾਡਾ ਹੱਕ ਹੈ। ਇਹ ਨਸਲ ਬਚਾਉਣ ਦੀ ਗੱਲ ਹੈ, ਜਿੱਥੇ ਕਿਸਾਨੀ ਬਚਾਉਣ ਦੀ ਗੱਲ ਹੈ, ਨਾਲ ਦੀ ਨਾਲ ਆਪਣੀ ਨਸਲਾਂ ਨੂੰ ਬਚਾਉਣ ਦੀ ਗੱਲ ਹੈ। ਇਸ ਕਰਕੇ ਅਸੀਂ ਇਹ ਜਿਹੜਾ ਇਹ ਬਹੁਤ ਜ਼ਰੂਰੀ ਆ ਵੀ ਸਾਨੂੰ ਕੀਤਾ ਇਹ ਆ ਵੀ ਵੇਖੋ ਅਸੀਂ ਬਿਲਕੁਲ ਸਾਦੇ ਢੰਗ ਦੇ ਨਾਲ ਅਸੀਂ ਜਦੋਂ ਘਰੋਂ ਤੁਰੇ ਆ ਤੇ ਬਕਾਇਦਾ ਇਹਦੇ ਲੜਕੇ ਦੇ ਜਿਹੜਾ ਅਸੀਂ ਮਨ ਦੀ ਭਾਵਨਾ ਸੀ ਵੀ ਅਸੀਂ ਕਿਸਾਨੀ ਦਾ ਝੰਡਾ ਲਾ ਕੇ, ਕਿਉਂਕਿ ਇੱਕ ਇਹ ਵੀ ਪਛਾਣ ਬਣ ਚੁੱਕੀ, ਆਇਡੈਂਟੀਟੀ ਸਾਡੀ ਬਣ ਗਈ ਵੀ ਕਿਸਾਨੀ ਦਾ ਝੰਡਾ ਲਾ ਕੇ ਆਪਣੀ ਗੱਡੀ ਦੇ ਉੱਤੇ ਕੋਈ ਫੁੱਲ ਨਹੀਂ ਲਾਏ ਗਏ, ਕੋਈ ਸਜਾਵਟ ਨਹੀਂ ਕੀਤੀ ਗਈ, ਸਿਰਫ ਇੱਕ ਕਿਸਾਨੀ ਦਾ ਝੰਡਾ ਲਾ ਕੇ ਸਾਦੇ ਰੂਪ ਦੇ ਵਿੱਚ ਗੁਰਦੁਆਰਾ ਸਾਹਿਬ ਆ ਕੇ ਤੇ ਆਨੰਦ ਕਾਰਜ ਕੀਤਾ। ਤੇ ਅੱਜ ਮੀਡੀਆ ਦੇ ਰਾਹੀਂ ਇਹ ਮੈਸੇਜ ਅਸੀਂ ਦੇਣਾ ਚਾਹੁੰਦੇ ਹਾਂ ਵੀ ਸਾਨੂੰ ਸਾਰੇ ਪੰਜਾਬ ਦੇ ਜਿੰਨੇ ਵੀ ਬੱਚੇ ਬੱਚੀਆਂ ਨੇ ਜਾਂ ਹੋਰ ਵੀ ਸਾਡੇ ਘਰਾਂ ਦੇ ਜਿੰਨੇ ਵੀ ਪ੍ਰੋਗਰਾਮ ਫੰਕਸ਼ਨ ਆਉਂਦੇ ਨੇ ਉਹਨੂੰ ਸਾਦੇ ਇੰਦਰ ਸਿੰਘ ਜਿਹੜੀ ਅੱਜ ਦੀ ਹਾਲਾਤ ਲੱਗ ਰਹੀ ਹੈ, ਬੀਜੇਪੀ ਦਾ ਚੀਫ ਮਿਨਿਸਟਰ ਵਾਂਗੂ ਕੰਮ ਕਰ ਰਿਹਾ। ਹੁਣ ਉਹਦਾ ਪੂਰਾ ਪਲਾਨ ਹੈ ਕਿ ਕਿਵੇਂ ਨਾ ਕਿਵੇਂ ਮੈਂ ਕਿਸਾਨ ਅੰਦੋਲਨ ਨੂੰ ਕਿਵੇਂ ਨਾ ਕਿਵੇਂ ਉਹਦੇ ਤੇ ਪ੍ਰੈਸ਼ਰ ਪਾ ਕੇ ਅੰਦੋਲਨ ਨੂੰ ਕਮਜ਼ੋਰ ਕਰਾਂ। ਮੈਂ ਪੁੱਛਣਾ ਚਾਹੁੰਦਾ ਕੈਪਟਨ ਸਾਹਿਬ ਨੂੰ, ਪੰਜਾਬ ਪੁਲਿਸ ਦੇ ਆਈਜੀ, ਐਸਪੀਜ਼, ਐਸਐਸਪੀਜ਼ ਕੀ ਕਰਦੇ ਆ ਦਿੱਲੀ? ਉਹ ਮੀਟਿੰਗਾਂ ਵਿੱਚ ਕੀ ਕਰਦੇ ਆ? ਮੀਟਿੰਗ ਕਿਸਾਨ ਜਥੇਬੰਦੀ ਤੇ ਸੈਂਟਰ ਸਰਕਾਰ 'ਚ ਹੈ, ਤੇ ਮੀਟਿੰਗ ਵਿੱਚ ਬੈਠੇ ਹੁੰਦੇ ਆ ਆਈਜੀ ਪੰਜਾਬ ਪੁਲਿਸ ਦੇ, ਐਸਐਸਪੀ ਪੰਜਾਬ ਪੁਲਿਸ ਦੇ। ਕਈ ਜਥੇਬੰਦੀਆਂ ਨੇ ਦੱਸਿਆ ਕਿ ਉਹਨਾਂ ਦੇ ਪ੍ਰੈਸ਼ਰ ਪਾ ਰਹੇ ਆ ਪੰਜਾਬ ਜਿਹੜੇ ਆਈਜੀ ਤੇ ਐਸਐਸਪੀ ਕਿ ਸਮਝੌਤਾ ਕਰੋ। ਬੀਜੇਪੀ ਦੇ ਅਮਿਤ ਸ਼ਾਹ ਜੀ ਦੇ ਪ੍ਰੈਸ਼ਰ ਥੱਲੇ ਹੁਣ ਕੇਸ ਰਜਿਸਟਰ ਕਰਨੇ ਸ਼ੁਰੂ ਕਰ ਦਿੱਤੇ ਕਿ ਜਿਹੜੀ ਐਜੀਟੇਸ਼ਨ ਹੈ ਇਹਦੇ ਡਿਮੋਰਲਾਈਜੇਸ਼ਨ ਆਏ। ਕੋਈ ਗੋਆ ਸਿੱਟਦਾ ਤੇ 307 ਦਾ ਪਰਚਾ ਹੋ ਜਾਂਦਾ ਹੈ। ਮੈਂ ਅੱਜ ਕੱਲ ਹਿੰਦੁਸਤਾਨ ਦੇ ਇਤਿਹਾਸ ਪਹਿਲੀ ਵਾਰ ਦੇਖਿਆ, ਜੇ ਕੋਈ ਬਾਈਕਾਟ ਕਰਨ ਦਾ ਸੱਦਾ ਦਿੰਦਾ ਹੈ ਕਿਸੇ ਲੀਡਰ ਨੂੰ, ਉਹਦੇ ਤੇ ਤੁਸੀਂ ਦੇਸ਼ ਦਰੋਹੀ ਦਾ ਪਰਚਾ ਦੇ ਸਕਦੇ ਹੋ। ਜਿਹੜਾ ਸਿੰਗਰ ਕਿਸਾਨ ਨੈਸ਼ਨਲ ਐਂਥਮ ਬਣਾਉਂਦੇ ਆ ਉਹਨਾਂ ਨੂੰ ਤੁਸੀਂ ਪਰਚਾ ਦੇ ਕੇ ਅੰਦਰ ਕਰਦੇ ਹੋ। ਆ ਹੋ ਕੀ ਰਿਹਾ? ਰੋਜ਼ ਇਸ਼ਾਰਿਆਂ ਤੇ ਸੈਂਟਰ ਦੀ ਸਰਕਾਰ ਤੇ ਹੁਣ ਕੈਪਟਨ ਚੱਲਣ ਲੱਗਿਆ, ਕਿਉਂਕਿ ਕੈਪਟਨ ਸਾਹਿਬ ਦੀਆਂ ਕਮਜ਼ੋਰੀਆਂ ਸੈਂਟਰ ਦੇ ਹੱਥ 'ਚ ਹੈ। ਜੋਵੇਂ ਚਾਹੁੰਦੇ ਹੁਣ ਉਹ ਕੈਪਟਨ ਸਾਹਿਬ ਨੂੰ ਨਚਾਉਣ ਲੱਗੇ। ਕੈਪਟਨ ਸਾਹਿਬ, ਤੁਸੀਂ ਮੁੱਖ ਮੰਤਰੀ ਪੰਜਾਬ ਦੇ ਹੋ। ਆ ਜਿਹੜੇ ਕਿਸਾਨੀ ਅੰਦੋਲਨ ਪੰਜਾਬੀਆਂ ਦਾ ਅੰਦੋਲਨ ਹੈ, ਆ ਤਾਂ ਤੁਹਾਡਾ ਫਰਜ਼ ਬਣਦਾ ਸੀ ਅਗਵਾਈ ਕਰਨੀ, ਤੁਹਾਡਾ ਫਰਜ਼ ਬਣਦਾ ਸੀ ਲੜਾਈ ਲੜਨੀ, ਤੁਹਾਡਾ ਫਰਜ਼ ਬਣਦਾ ਸੀ ਸੈਕਰੀਫਾਈਸ ਦੇਣੀ।
ਕੱਲੇ ਆਪਣੇ ਮਹਿਲ 'ਚ ਬਹਿ ਕੇ ਆਪਣੇ ਫਾਰਮ ਹਾਊਸ 'ਚ ਬਹਿ ਕੇ ਕੰਮ ਨਹੀਂ ਚੱਲਣਾ। ਮੈਂ ਪੁੱਛਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਦੀ ਕੀ ਰੋਲ ਰਿਹਾ? ਕੈਪਟਨ ਸਾਹਿਬ ਐਡਾ ਵੱਡਾ ਫਰਾਡ ਖੇਡਦੇ ਆ। ਪਹਿਲੀ ਗੱਲ ਮੈਂ ਕੈਪਟਨ ਸਾਹਿਬ ਨੂੰ ਪੁੱਛਣਾ ਚਾਹੁੰਦਾ, ਕੈਪਟਨ ਸਾਹਿਬ ਜਵਾਬ ਦਿਓ ਮੈਨੂੰ, ਜਿਹੜੇ 3 ਕਾਨੂੰਨ ਤੁਸੀਂ ਜਿਹੜੇ ਸੈਂਟਰ ਦੇ ਕਿਸਾਨ ਜਥੇਬੰਦੀਆਂ ਨੇ ਜਿਹਦੇ ਸੰਘਰਸ਼ ਕਰ ਰਹੇ ਆ, ਹਲੇ ਤੱਕ ਪੰਜਾਬ ਦਾ ਅਸੈਂਬਲੀ ਜਿਹੜਾ ਤੁਸੀਂ ਐਕਟ ਪਾਸ ਕੀਤਾ ਹੈ ਕਿਉਂ ਨਹੀਂ ਵਾਪਸ ਕੀਤਾ? ਤੁਸੀਂ ਹੈਰਾਨ ਰਹਿ ਜਾਓਗੇ, ਪੰਜਾਬ ਵਿੱਚ ਅਸੈਂਬਲੀ ਵਿੱਚ 3 ਐਕਟ ਪਾਸ ਕੀਤੇ ਕੈਪਟਨ ਨੇ 2017 ਵਿੱਚ। ਜੇ ਅੱਜ ਮੋਦੀ ਸਰਕਾਰ ਆ 3 ਕਾਨੂੰਨ ਵਾਪਸ ਵੀ ਲੈ ਲੈਂਦੀ ਹੈ, ਪੰਜਾਬ ਵਿੱਚ ਲਾਗੂ ਰਹਿਣਗੇ ਕਿਉਂਕਿ ਕੈਪਟਨ ਸਾਹਿਬ ਨੇ ਅੱਜ ਤੱਕ ਵਾਪਸ ਨਹੀਂ ਕੀਤੇ। ਮੈਂ ਸਰਵਣ ਸਿੰਘ ਪੰਧੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੂਬਾ ਜਨਰਲ ਸਕੱਤਰ ਬੋਲਦਾ ਜੀ। ਅੱਜ ਇੱਥੇ ਅੰਮ੍ਰਿਤਸਰ ਪਿੰਡ ਚੱਬਾ ਜਿੱਥੇ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਸੱਦੀ ਗਈ ਆ, 12 ਤਰੀਕ ਨੂੰ ਜਿਹੜੇ 26 ਜਨਵਰੀ ਦੀ ਪਰੇਡ ਵਿੱਚ ਸ਼ਾਮਲ ਹੋਣ ਜਾਣੇ ਕਿਸਾਨ ਆ ਉਹਨਾਂ ਦੇ ਜਾਇਜ਼ੇ ਲਏ ਜਾ ਰਹੇ ਆ। ਤੇ ਅੱਜ ਹੀ ਅਸੀਂ ਜਿਹੜਾ ਲੋਹੜੀ ਤੇ ਮੱਕਰ ਸੰਕ੍ਰਾਂਤੀ ਦੇ ਵਿੱਚ ਪੂਰੇ ਦੇਸ਼ ਵਿੱਚ ਤਿਉਹਾਰ ਮਨਾਇਆ ਜਾਣਾ ਵਾ, ਉਹਦੇ ਵਿੱਚ ਮੋਦੀ ਸਰਕਾਰ ਦੇ ਵਿਰੁੱਧ ਅਸੀਂ ਜਿਹੜੀਆਂ ਕਾਪੀਆਂ ਨੇ ਕਾਨੂੰਨ ਦੀਆਂ ਉਹ ਸਾੜ ਕੇ ਲੋਹੜੀ ਵਾਲਾ ਤਿਉਹਾਰ ਮਨਾਉਣਾ। ਅੱਜ ਇੱਥੇ ਭੁੱਗਾ ਲਾ ਕੇ ਤੇ ਇਹ ਬਿੱਲ ਜਿਹੜੇ ਆ ਉਹਨਾਂ ਨੂੰ ਅਸੀਂ ਫੂਕ ਦਿੱਤਾ ਵਾ ਜਿਹੜੇ ਮੋਦੀ ਸਰਕਾਰ ਨੇ ਲਿਆਂਦੇ ਸੀ। ਤੇ ਅਸੀਂ ਪੂਰੇ ਪੰਜਾਬੀਆਂ ਨੂੰ, ਦੇਸ਼ ਵਾਸੀਆਂ ਨੂੰ ਤੇ ਕੌਮਾਂਤਰੀ ਪੱਧਰ ਤੇ ਵਸਦੇ ਪੰਜਾਬੀਆਂ ਨੂੰ ਅਪੀਲ ਕਰਦੇ ਹਾਂ ਵੀ ਲੋਹੜੀ ਵਾਲੇ ਦਿਨ ਜਿਹੜੀ 13 ਨੂੰ ਆ ਰਹੀ ਆ, ਉਦੋਂ 13 ਕਰੋੜ ਜਿਹੜੇ ਆ ਬਿੱਲ ਜਿਹੜੇ ਕਾਪੀਆਂ ਵਾ ਉਹ ਇਹਦੇ ਵਿੱਚ ਲੂਹੀਆਂ ਜਾਣ, ਚਾਹੇ ਉਹ ਸ਼ਹਿਰ ਹੋਵੇ ਚਾਹੇ ਉਹ ਕਸਬਾ ਹੋਵੇ। ਇਹਦੇ ਨਾਲ ਦੀ ਨਾਲ ਹਜ਼ਾਰਾਂ ਟਰੈਕਟਰ ਟਰਾਲੀਆਂ ਦਾ ਜਥਾ 12 ਨੂੰ ਸਵੇਰੇ ਸਵਖਤੇ 6 ਵਜੇ ਅਰਲੀ ਮਾਰਨਿੰਗ ਗੋਲਡਨ ਗੇਟ ਅੰਮ੍ਰਿਤਸਰ ਇਹ ਤੋਂ ਕਹਾਂ 8 ਤੋਂ 9 ਦੇ ਵਿੱਚ ਬਿਆਸ ਪੁਲ ਤੋਂ ਸ਼ੁਰੂ ਹੋਏਗਾ। ਅਗਲੇ ਜ਼ਿਲ੍ਹੇ ਵੀ ਸਾਨੂੰ ਅੱਗੇ ਜਿਵੇਂ ਜਲੰਧਰ ਵਾਲੇ ਆ, ਲੁਧਿਆਣੇ ਵਾਲੇ ਆ, ਹੋਰ ਪਟਿਆਲੇ ਵਾਲੇ ਆ, ਸ਼ੰਭੂ ਬਾਰਡਰ ਤੇ ਮਿਲ ਸਕਦੇ। ਇਹ ਰੂਟ ਜਿਹੜਾ ਮੇਨ ਰੂਟ ਚੱਲੂਗਾ। ਸੋ ਜਿਹੜੇ ਵੀ 26 ਜਨਵਰੀ ਦੀ ਪਰੇਡ ਵਿੱਚ ਸ਼ਾਮਲ ਹੋਣਾ ਚਾਹੁੰਦੇ ਆ ਕਿਸਾਨ ਮਜ਼ਦੂਰ, ਉਹ 12 ਤਰੀਕ ਨੂੰ ਅਰਲੀ ਮਾਰਨਿੰਗ ਆ ਜਾਣ। ਇਹ ਚੌਥਾ ਜਥਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਹੋਊਗਾ। ਇਹ ਤੋਂ ਗਾਹਾਂ 5ਵਾਂ ਜਥਾ ਤਰਨਤਾਰਨ ਤੋਂ ਸ਼ੁਰੂ ਹੋ ਰਿਹਾ ਵਾ। ਇਹ ਤੋਂ ਗਾਹਾਂ 26 ਜਨਵਰੀ ਦੀ ਪਰੇਡ ਬਾਰੇ ਅਸੀਂ ਪੂਰੇ ਪੰਜਾਬੀਆਂ ਨੂੰ, ਦੇਸ਼ ਵਾਸੀਆਂ ਨੂੰ ਤੇ ਸਾਬਕਾ ਫੌਜੀਆਂ ਨੂੰ ਅਪੀਲ ਕਰਦੇ ਆ ਵੀ ਲੱਖਾਂ ਟਰੈਕਟਰ ਜਿਹੜੇ ਆ ਉਹ ਦਿੱਲੀ ਜਾਣੇ ਚਾਹੀਦੇ ਆ ਤੇ ਇਹ ਦੁਨੀਆ ਤੋਂ ਸਭ ਤੋਂ ਵੱਡਾ ਐਕਸ਼ਨ ਹੋਣਾ ਚਾਹੀਦਾ। ਸਾਨੂੰ ਆਸ ਹੈ ਵੀ ਤੁਸੀਂ ਇਸ ਦੁਨੀਆ ਦਾ ਸਭ ਤੋਂ ਵੱਡਾ ਐਕਸ਼ਨ ਕਰ ਦੋਗੇ ਤੇ ਇਹ ਮੋਦੀ ਸਰਕਾਰ ਦੀਆਂ ਜੜ੍ਹਾਂ ਪੁੱਟਣ ਵਾਲਾ ਪਹਿਲਾ ਐਕਸ਼ਨ ਹੋਊਗਾ, ਜਿਹੜਾ ਮੋਦੀ ਸਰਕਾਰ ਦੀਆਂ ਜੜ੍ਹਾਂ ਪੁੱਟ ਕੇ ਰੱਖ ਦੂਗਾ ਤੇ ਦੁਨੀਆ ਦੇ ਵਿੱਚ, ਦੁਨੀਆ ਦੇ ਨਕਸ਼ੇ ਤੇ ਇੱਕ ਨਵਾਂ ਇਤਿਹਾਸ ਰਚੂਗਾ। ਧੰਨਵਾਦ। आप सबको नमस्कार। पिछले कुछ दिनों में देश के अलग अलग हिस्सों में बर्ड फ्लू के मामले आए हैं, जिसकी वजह से चारों तरफ एक चिंता बनी हुई है। अभी तक मध्य प्रदेश, हिमाचल प्रदेश, राजस्थान और केरला में कुछ बर्ड फ्लू के मामले देखे गए हैं। दिल्ली में अभी तक एक भी कंफर्म्ड केस बर्ड फ्लू का नहीं पाया गया है, लेकिन हमने लगभग 104 सैंपल अभी तक उठाए हैं और वो सैंपल हमने जलंधर लैब में भेजे हैं। वहाँ से परसों तक उसके नतीजे आएंगे और उन नतीजों के आधार के ऊपर आगे जो भी निर्णय लेने की ज़रूरत पड़ेगी, दिल्ली सरकार वो सभी निर्णय लेगी। केंद्र सरकार ने इस बारे में कई दिशा निर्देश और गाइडलाइंस जारी की हैं। उन सभी दिशा निर्देशों और गाइडलाइंस का हम लोग, दिल्ली सरकार पालन कर रही है और उसके हिसाब से सभी कदम दिल्ली के अंदर उठाए जा रहे हैं। दिल्ली में हर जिले के अंदर डीएम की निगरानी में कंटेन करने के लिए, सर्वेलेंस के लिए टीम्स बना दी गई हैं, जो पूरी मुस्तैदी के साथ रैपिड रिस्पांस टीम्स बनाई गई हैं, जो पूरी मुस्तैदी के साथ काम कर रही हैं। वेटरनरी ऑफिसर्स जो हमारे हैं वो दिल्ली में जितनी भी बर्ड मार्केट्स हैं, जितनी भी वाइल्ड लाइफ इस्टेब्लिशमेंट्स हैं, जितनी वाटर बॉडीज़ हैं, उन सब में लगातार सर्वेलेंस कर रही हैं। और स्पेशल फोकस इन सभी टीम्स का है पोल्ट्री मार्केट गाजीपुर, शक्ति स्थल लेक, संजय लेक, भलसवा लेक, दिल्ली जू,
DDA parks at हौज खास विलेज, पश्चिम विहार एंड द्वारका। अभी तक जैसा मैंने बताया 104 सैंपल उठाए गए हैं और उनको हमने जालंधर भेजा है टेस्टिंग के लिए। उनके रिजल्ट्स आने के बाद जो भी उचित कदम, ठोस कदम जो भी उठाने की अगर ज़रूरत पड़ेगी वो दिल्ली सरकार उठाएगी। एक 24 घंटे की हेल्पलाइन भी हम लोगों ने जारी की है जिसका नंबर है 23890318, 23890318। दिल्ली के अलग अलग हिस्सों से पक्षियों के मरने के, खास तौर से क्रोज, कौओं के मरने की खबरें आ रही हैं। उनके ऊपर वहीं उसी जिले की रैपिड रिस्पांस टीम तुरंत पहुंच के उसके ऊपर उचित कार्रवाई कर रही है। लेकिन आज एहतियात के तौर पे दिल्ली सरकार में हमने 2 निर्णय लिए हैं। एक तो दिल्ली के अंदर लाइव बर्ड्स के इंपोर्ट पे आज से कंप्लीट बैन लगाया जा रहा है। बाहर से कोई भी लाइव बर्ड्स इंपोर्ट नहीं अलाउ किए जाएंगे। और दूसरा, गाजीपुर पोल्ट्री मार्केट जो है दिल्ली की, उसको 10 दिन के लिए बंद किया जा रहा है। ये आज दोनों निर्णय लागू किए जा रहे हैं और जैसा मैंने बताया कि सोमवार को जब रिजल्ट्स आएंगे और जो भी उचित कदम उठाने की ज़रूरत है वो सभी कदम उठाए जाएंगे। नमस्कार। किसानां नाल गल नहीं कर रहे। कल जिस तरीके दे नाल उन्हां दा रवैया सी मीटिंग दे विच, जिस तरीके दे नाल उन्हां ने बेइज्जत करके साडियां किसान एसोसीएशन नूं बाहर कढिया और ये गल सारिਆਂ ਦੇ सामने है, ये पूरा देश देख रहा, पूरा पंजाब देख रहा। लेकिन मैं तुहानूं ये गल कहां, ये मोदी साहब गलत तारां नूं हथला बैठे। ये बड़ा तगड़ा शॉट है 440 वोट का। ये पंजाब आ, ये डरना नहीं किसी कोलों भी। और मैं तुहानूं ये गल कहां, असी बिल्कुल तैयार। असी कैप्टन अमरिंदर सिंह होरां ने बड़ा स्पष्ट कह दिता कि अगर किसानां दी गल नहीं सुनी जाती, किसान दियां जथेबंदियां अगर उन्होंने रोके होया सानू, वो हुक्म करते हैं इस गल वास्ते, तो कैप्टन अमरिंदर सिंह की अगवाई के अंदर ये पूरा पंजाब ये मोदी साहब नूं घरों निकलते मजबूर करेगा और घरों बाहर नहीं निकल देंगे। डॉक्टर साहब, बीजेपी नेता तरुण चुग बार बार बयान करता पाया भी कांग्रेस जी किसानों को गुमराह कर दिया, उन्होंने बयानों की किस तरह देखते हो? बई जिहड़े लोग आप गुमराह होण ते वो किसी नूं की गुमराह है, तो बीजेपी सारी गुमराह होई फिरदी है और उन्होंने आप नहीं समझ लगती कि करिए की। और मैनू लगता है कि जेडे बीजेपी पंजाब वाले है ना, जेडे 5-4 जने, इन्होंने घरों नहीं निकलना। और मैनू ये भी डर लगता है कि किते पंजाब छड्ड के ना भज जाण। इन्हां दा इत्थे कोई गुजारा है नहीं और इन्हां दा इत्थे कोई नहीं हैगा। कांग्रेस पार्टी उन्हां लोकां नूं टिकट देगी जेडे जितन वाले होण ते जेडे कांग्रेस के लोग होण। और ये कांग्रेस के इलैक्शन, कांग्रेस के प्लेटफार्म ते कांग्रेस के सिंबल ते इलैक्शन होने हैं। और जितों तक सवाल इस गल का है, और मैनू पूरी उम्मीद है कि अज जिहड़ा माहौल है वो बिल्कुल कांग्रेस के हक दे विच ये तरदा मैनू नज़र आ रहा है। और इत्थे क्योंकि अकाली दल बुरी तरह नाल पिछड़िया होया और बीजेपी नूं घरां चों कोई बाहर नहीं निकल दे रहा। और इसलिए मैनू पूरा भरोसा है कि लोग कांग्रेस के उपर यकीन करते हैं, लोग कैप्टन अमरिंदर सिंह के उपर यकीन करते हैं। और असी ये 25 ਦੀਆਂ 25 सीटां जित के कांग्रेस की झोली च पावांगे तो कांग्रेस जिहड़ा वो इत्थे अपने 25 सीटां जित के इत्थे प्रेजिडेंट बनाएगी। आम पार्टी कह रही है भी ਜਿਹੜੇ ਇਲੈਕਸ਼ਨ ਲੜ ਰਹੀ ਹੈ ਉਹ हाँ ਉਹਨਾਂ ਵੱਲੋਂ ਲਿਖੀ ਕਿ लो ਕਹਿ ਰਹੀ ਕਾਂਗਰਸ ਜਿਹੜਾ ਉਹ ਕਹਿੰਦੇ ਨਾ ਜਿਹਦਾ ਕੋਈ ਗੋਤਰ ਨਹੀਂ ਉਹਦਾ ਕਛਲ ਗੋਤਰ। ਇੱਥੇ ਜਿਹਨੂੰ ਕੋਈ ਨਹੀਂ ਪੁੱਛਦਾ ਆਮ ਆਦਮੀ ਪਾਰਟੀ ਇਲੈਕਸ਼ਨ ਲੜੂਗੀ। ਇੱਥੇ ਭਾਈ ਪਹਿਲੀ ਗੱਲ ਮੈਂ ਤੁਹਾਨੂੰ ਗੱਲ ਦੱਸ ਦਿਆਂ, ਜਿੱਥੋਂ ਤੱਕ ਤੇ ਆਮ ਆਦਮੀ ਪਾਰਟੀ ਦਾ ਸਵਾਲ ਆ, ਮੈਂ ਤੁਹਾਨੂੰ ਗੱਲ ਕਹਾਂ ਬਈ ਨਾ ਉਹਨਾਂ ਦੇ ਕੋਲ ਕੋਈ ਨੇਤਾ ਤੇ ਨਾ ਕੋਈ ਨੀਤੀ, ਨਾ ਉਹ ਆਪੋ ਜੀ ਇਕੱਠੇ ਹੋ ਲੈਣ ਇਲੈਕਸ਼ਨ ਲੜਨ ਨਾਲ ਵੱਖਰੀ ਗੱਲ ਆ। ਉਹ ਆਪੋ ਜੀ ਖੇਰੂ 4 ਭਾਂਡੇ ਉਧਰ ਤੁਰੇ ਫਿਰਦੇ ਹੀ, 4 ਉਧਰ ਤੁਰੀ ਫਿਰਦੇ ਹੀ, ਤਿਲਾ ਹੋਈ ਫਿਰਦਾ ਝਾੜੂ। ਇਸ ਲਈ ਮੈਨੂੰ ਨਹੀਂ ਸਮਝ ਲੱਗੀ ਕਿ ਇੱਥੇ ਕੋਈ ਆਧਾਰ ਹੋਏਗਾ। ਆਮ ਆਦਮੀ ਪਾਰਟੀ ਕੋਈ ਸੀਟ ਨਹੀਂ ਇਲੈਕਸ਼ਨ ਹੋਣੀ ਬਾਕੀ ਪੰਜਾਬ ਦੀਆਂ ਸੀਟਾਂ ਦੇ ਨਾਲ ਹੀ ਹੋਏਗੀ। ਬਿਲਕੁਲ ਪੰਜਾਬ ਦੇ ਸੀਟਾਂ ਦੇ ਨਾਲ ਹੈ ਇਲੈਕਸ਼ਨ। ਕਿਹੜੇ ਨੇ ਸਥਾਨੀ ਨਿਕਾਏ ਬਈ ਗੱਲ ਬੜੀ ਸਿੱਧੀ ਹੈ। ਸਾਡਾ ਜਿਹੜਾ ਮੁੱਦਾ ਹੈ, ਸਾਡਾ ਮੁੱਦਾ ਕਿਸਾਨੀ, ਸਾਡਾ ਮੁੱਦਾ ਡਿਵੈਲਪਮੈਂਟ, ਸਾਡਾ ਮੁੱਦਾ ਹੱਕ ਤੇ ਸੱਚ ਦੀ ਲੜਾਈ, ਇਹ ਸਾਡੇ ਮੁੱਦੇ ਆ। ਚਰਚਾ ਚੱਲ ਰਹੀ ਹੈ, ਖਬਰਾਂ ਵੀ ਲੱਗ ਰਹੀਆਂ ਕਿ ਕੇਂਦਰ ਸਰਕਾਰ ਹੈ ਜਿਹੜੀ ਅਕਾਲ ਤਖਤ ਸਾਹਿਬ ਤੱਕ ਅਪਰੋਚ ਕਰੇਗੀ ਤੇ ਕਿਸਾਨੀ ਮਸਲੇ ਨੂੰ ਹੱਲ ਕਰਨ ਲਈ ਜਿਹੜੇ ਤੁਹਾਡੇ ਤੱਕ ਅਪਰੋਚ ਕੀਤਾ ਜਾ ਰਿਹਾ ਹੈਗਾ, ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਦੇਖੋ, ਇਹ ਜਿਹੜਾ ਮਸਲਾ ਹੈਗਾ ਇਹ ਭਾਰਤ ਦੇ ਕਿਸਾਨਾਂ ਦਾ ਮਸਲਾ ਹੈ ਔਰ ਕਾਨੂੰਨ ਦੇ ਨਾਲ ਸੰਬੰਧਿਤ ਮਸਲਾ ਹੈ,
ਕਿਉਂਕਿ ਖੇਤੀ ਬਿੱਲ ਜਿਹੜੇ ਭਾਰਤ ਸਰਕਾਰ ਨੇ ਪਾਸ ਕੀਤੇ ਨੇ ਉਹਨਾਂ ਦੀ ਕਿਸਾਨ ਜਿਹੜੇ ਭਾਰਤ ਦੇ ਵਿਰੋਧਤਾ ਕਰ ਰਹੇ ਆ। ਇਹ ਕੋਈ ਸਿੱਖ ਰਹਿਤ ਮਰਿਆਦਾ ਨਾਲ ਸੰਬੰਧਿਤ ਜਾਂ ਕੋਈ ਕੌਮੀ ਸਿੱਖ ਧਰਮ ਦਾ ਜਿਹੜਾ ਮਸਲਾ ਨਹੀਂ ਹੈ ਤੇ ਨਾ ਹੀ ਕਿਸੇ ਸਿਧਾਂਤਕ ਵਖਰੇਵੇਂ ਨਾਲ ਸੰਬੰਧਿਤ ਕੋਈ ਮਸਲਾ ਹੈ। ਇਸ ਕਰਕੇ ਇਸ ਮਸਲੇ ਦਾ ਹੱਲ ਜਿਹੜਾ ਹੈ ਉਹ ਕਿਸਾਨ ਆਗੂਆਂ ਨੇ ਤੇ ਕੇਂਦਰ ਸਰਕਾਰ ਨੇ ਆਪਸੀ ਗੱਲਬਾਤ ਦੇ ਰਾਹੀਂ ਮਿਲ ਬੈਠ ਕੇ ਕਰਨਾ ਔਰ ਜਿੰਨੀ ਜਲਦੀ ਇਸ ਮਸਲੇ ਦਾ ਹੱਲ ਕੀਤਾ ਜਾ ਸਕਦਾ ਹੈ ਕੇਂਦਰ ਸਰਕਾਰ ਵੱਲੋਂ ਉਹਨੂੰ ਕਰਨਾ ਚਾਹੀਦਾ ਹੈ, ਕਿਉਂਕਿ ਲੰਬੇ ਸਮੇਂ ਤੋਂ ਕਿਸਾਨ ਜਿਹੜਾ ਹੈ ਉਹ ਸੜਕਾਂ ਦੇ ਉੱਤੇ ਬੈਠਾ ਹੈ। ਹਾਂ, ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪਹਿਲੋਂ ਵੀ ਕਈ ਵਾਰ ਅਸੀਂ ਅਪੀਲਾਂ ਕੀਤੀਆਂ ਨੇ ਕਿ ਕਿਸਾਨ ਜਥੇਬੰਦੀਆਂ ਨੂੰ, ਕਿਸਾਨਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਏ ਤੇ ਹੁਣ ਵੀ ਸਾਡਾ ਸਹਿਯੋਗ ਰਹੇਗਾ। ਲੇਕਿਨ ਇਸ ਮਸਲੇ ਦਾ ਜਿਹੜਾ ਹੱਲ ਹੈ ਉਹ ਕਿਸਾਨ ਆਗੂਆਂ ਨੇ ਤੇ ਭਾਰਤ ਸਰਕਾਰ ਨੇ ਮਿਲ ਬੈਠ ਕੇ ਕਰਨਾ ਔਰ ਜਿੰਨੀ ਜਲਦੀ ਇਸ ਮਸਲੇ ਦਾ ਹੱਲ ਹੋਵੇ ਉਨਾ ਹੀ ਬਿਹਤਰ ਹੈ। ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਇਸ ਮਸਲੇ ਦਾ ਹੱਲ ਜਿਹੜਾ ਹੈ ਉਹ ਜਲਦੀ ਕਰਾਉਣ ਲਈ ਸਾਰੀਆਂ ਧਿਰਾਂ ਨੂੰ ਜਿਹੜਾ ਹੈ ਉਹ ਸਮੱਤ ਵੀ ਬਖਸ਼ੇ ਕੇਂਦਰ ਸਰਕਾਰ ਨੂੰ ਤੇ ਕਿਸਾਨ ਜਥੇਬੰਦੀਆਂ ਨੂੰ ਬਲ ਵੀ ਬਖਸ਼ੇ। ਜੇ ਤੁਹਾਡੇ ਤੱਕ ਅਪਰੋਚ ਹੁੰਦੀ ਹੈ, ਕੋਈ ਜਾਂ ਅਪਰੋਚ ਹੋਈ ਹੈ ਤਾਂ ਫਿਰ ਉਹਦਾ ਕੋਈ ਕੀਤਾ ਜਾ ਸਕਦਾ ਵਿਚਾਰ ਚਰਚਾ? ਨਹੀਂ, ਮੇਰੇ ਖਿਆਲ ਸ੍ਰੀ ਅਕਾਲ ਤਖਤ ਸਾਹਿਬ ਦੀ ਇਹਦੇ ਵਿੱਚ ਭੂਮਿਕਾ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਇਹ ਧਾਰਮਿਕ ਮਸਲਾ ਜਾਂ ਸਿੱਖਾਂ ਦਾ ਕੌਮੀ ਮਸਲਾ ਜਾਂ ਮਰਿਆਦਾ ਨਾਲ ਸੰਬੰਧਿਤ ਮਸਲਾ ਨਹੀਂ ਹੈ। ਤੇ ਕਿਸਾਨਾਂ ਨੂੰ ਕਿਸ ਤਰ੍ਹਾਂ ਦੀ ਅਪੀਲ ਕਰੋਗੇ ਤੁਸੀਂ ਜਾਂ ਹੋਰ ਕਿਸਾਨਾਂ ਨੂੰ? ਮੈਂ ਇਹੋ ਹੀ ਅਪੀਲ ਕਰਾਂਗਾ ਕਿਸਾਨਾਂ ਨੂੰ ਕਿ ਸ਼ਾਂਤੀ ਜਿਹੜੀ ਹੈ ਬਣਾਈ ਰੱਖੋ, ਸੰਜਮ ਜਿਹੜਾ ਉਹ ਬਣਾਈ ਰੱਖੋ, ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਜਿਹੜੇ ਸੰਘਰਸ਼ ਜਿੱਤੇ ਜਾਂਦੇ ਹੈ ਉਹ ਸ਼ਾਂਤੀ ਦੇ ਨਾਲ ਜਿੱਤੇ ਜਾਂਦੇ ਹੈ, ਸੰਜਮ ਦੇ ਨਾਲ ਜਿੱਤੇ ਜਾਂਦੇ ਹੈ ਔਰ ਸਦਭਾਵਨਾ ਦੇ ਨਾਲ ਜਿੱਤੇ ਜਾਂਦੇ ਹੈ, ਕਿਉਂਕਿ ਸਾਰੀ ਦੁਨੀਆ ਜਿਹੜੀ ਹੈ ਉਹ ਉੱਥੇ ਬੈਠੇ ਕਿਸਾਨਾਂ ਨੂੰ ਵੇਖ ਰਹੀ ਹੈ। ਤਾਂ ਇਸ ਲਈ ਇਸ ਤਰ੍ਹਾਂ ਦੀਆਂ ਜਿਹੜੀਆਂ ਹੈ ਗੱਲਾਂ ਬਾਤਾਂ ਆਪਾਂ ਕਰੀਏ ਜਿਹਦੇ ਨਾਲ ਆਪਣਾ ਜਿਹੜਾ ਪੋਜ਼ਿਟਿਵ ਰੂਪ ਜਿਹੜਾ ਹੈ ਆਪਣਾ ਉਹ ਦੁਨੀਆ ਦੇ ਸਾਹਮਣੇ ਆਵੇ ਔਰ ਐਸਾ ਹੋ ਵੀ ਰਿਹਾ ਤੇ ਸਾਨੂੰ ਨੈਗੇਟਿਵਿਟੀ ਤੋਂ ਜਿਹੜਾ ਬਚਣ ਦੀ ਬਹੁਤ ਲੋੜ ਹੈ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ ਸਿਰਫ ਪੰਜਾਬ ਵਾਇਰ ਨਿਊਜ਼ ਦੇ ਨਾਲ।